हाँ जी, ठीक है। तो आप कोऑर्डिनेशन कंपाउंड ਦੇ ਬਾਰੇ ਪੜ੍ਹਦੇ ਆ। ਪਹਿਲਾਂ ਤਾਂ ਇੱਕ ਇਹਦੀ ਡੈਫੀਨੇਸ਼ਨ ਲਿਖ ਲਓ। The compound formed between metal atom, मैं चलो ਇਹਦੀ ਡੈਫੀਨੇਸ਼ਨ ਵੀ ਲਿਖ ਦਿੰਦਾ। The compound formed between metal atom हो गया ਜਿਹੜਾ ਲੋਨ ਪੇਅਰ ਅਸੈਪਟ ਕਰ ਰਹੇ, metal atom with number of anions or neutral molecules by sharing of electron is known as coordination compound or complex compound। यानी कि कोऑर्डिनेशन कंपाउंड किवें बनता है, एक डोनर एटम हुंदा है, एक असेप्टर एटम हुंदा है, ठीक है। और डोनर एटम ना कई हो सकते हैं। डोनर एटम ये नहीं भी जरूरी नहीं भी एक होवे, कई हो सकते हैं। तो कई डोनर एटम ने असेप्ट करने वाला एक है, कई डोनर एटम हुण जिवें यार असेप्ट करने वाला ਜਿਹੜੇ डी ब्लॉक ने उन्हां कोल तां 6-6 7-7 वेकेंट ऑर्बिटल हुंदे ने, ਤਾਂ ਉਹ 6-6 ਅਲੱਗ-ਅਲੱਗ ਐਲੀਮੈਂਟ ਤੋਂ ਆਪਣੀ ਲੋਨ ਪੇਅਰ ਅਸੈਪਟ ਕਰ ਲੈਂਦੇ ਨੇ, ठीक है ना। तो उन्होंने कोऑर्डिनेशन कंपाउंड कहते हैं। इस तरह के कंपाउंड को कोऑर्डिनेशन कंपाउंड या फिर कॉम्पलैक्स कंपाउंड बोलते हैं, ठीक है जी। इन्ना पार्ट नोट कर लिया पहला। इसकी बेसिक डेफिनेशन तो आप स्टार्ट करांगे, कोऑर्डिनेशन कंपाउंड या फिर कॉम्पलैक्स कंपाउंड। इस तो बाद लिखो इंपॉर्टेंट टर्म्स। इंपॉर्टेंट टर्म्स, ठीक है। पहले नंबर से इंपॉर्टेंट टर्म्स, पहले नंबर से लिखो कोऑर्डिनेशन एंटिटी। इंपॉर्टेंट टर्म की है, हुण देखो यार बिल्कुल नवा चैप्टर स्टार्ट कर रहे हैं, तो इस कई ਇਹੋ ਜਿਹੀਆਂ चीज़ां ने ਜਿਹੜੀਆਂ सिर्फ इसी कोऑर्डिनेशन कंपाउंड ਨਾਲ ਹੀ ਰਿਲੇਟਡ ਨੇ, ਉਹਨੂੰ ਆਪਾਂ ਹੋਰ ਕਿਤੇ ਯੂਜ਼ ਨਹੀਂ ਕਰਦੇ। ਤਾਂ ਉਹ ਨਵੀਆਂ ਟਰਮਸ ਹੈ, ਪਹਿਲਾਂ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਪੜ੍ਹ ਲੈਂਦੇ ਹਾਂ। ਪਹਿਲੀ ਟਰਮ ਹੈ ਕੋਆਰਡੀਨੇਸ਼ਨ ਐਂਟੀਟੀ। ਪਹਿਲੀ ਟਰਮ ਹੈ ਕੋਆਰਡੀਨੇਸ਼ਨ ਐਂਟੀਟੀ। ਮੈਨੂੰ ਇੰਨਾ ਪਤਾ ਲੱਗ ਗਿਆ ਵੀ ਕੋਆਰਡੀਨੇਸ਼ਨ ਕੰਪਾਊਂਡ 'ਚ ਇੱਕ ਮੈਟਲ ਹੁੰਦਾ ਜਿਹਦੇ ਕੋਲ ਖਾਲੀ ऑर्बिटल ਹੁੰਦੇ ਨੇ, ਤੇ ਉਹਦੇ ਆਲੇ ਦੁਆਲੇ ਸਾਰੇ ਬੜੇ ਸਾਰੇ ਇਦਾਂ ਦੇ ਹੁੰਦੇ ਨੇ ਜਿਹੜੇ ਲੋਨ ਪੇਅਰ ਡੋਨੇਟ ਕਰ ਰਹੇ ਹੁੰਦੇ ਨੇ। ਦੋ ਹੀ ਚੀਜ਼ਾਂ ਬਾਰੇ ਪਤਾ ਹੈ ਨਾ, ਠੀਕ ਹੈ। ਇਹਨਾਂ ਨੂੰ ਮਿਲਾ ਕੇ ਜਦੋਂ ਆਪਾਂ ਲਿਖਦੇ ਹਾਂ ਤਾਂ ਇਹਨੂੰ ਕੋਆਰਡੀਨੇਸ਼ਨ ਐਂਟੀਟੀ ਬੋਲਦੇ ਨੇ, ਠੀਕ ਹੈ। ਤਾਂ ਇਹਨਾਂ ਨੂੰ ਮਿਲਾ ਕੇ ਜਿਹੜਾ ਇੱਕ ਪੂਰਾ ਕੰਪਾਊਂਡ ਲਿਖਿਆ ਜਾਂਦਾ ਹੈ ਉਹਨੂੰ ਕੋਆਰਡੀਨੇਸ਼ਨ ਐਂਟੀਟੀ ਬੋਲਦੇ ਨੇ। ਤਾਂ ਪਹਿਲਾਂ ਲਿਖਿਓ ਇੱਕ ਵਾਰੀ ਇਹਦੇ ਬਾਰੇ। ਅ ਕੋਆਰਡੀਨੇਸ਼ਨ ਐਂਟੀਟੀ ਕੰਸਿਸਟ ਆਫ coordination entity consists of central metal atom or ion bonded to fixed number of ions or molecules। कहना कोऑर्डिनेशन एंटिटी के अंदर की कुछ है, सेंट्रल एटम है जिहड़ा लोन पेयर एक्सेप्ट कर रहे, ਉਹਦੇ ਆਲੇ ਦੁਆਲੇ एक फिक्स नंबर ऑफ एटम्स, ਉਹ फिक्स नंबर 4 भी हो सकता है, 6 भी हो सकता है, मैटल टू मैटल डिपेंड करता है, ਉਹ ਸਾਰੇ ਉਹਦੇ ਨਾਲ ਜੁੜੇ ਹੋਏ ਨੇ। ਇਹ ਸਾਰਿਆਂ ਨੂੰ ਕੋਆਰਡੀਨੇਸ਼ਨ ਐਂਟੀਟੀ ਬੋਲਦੇ ਨੇ। ਇਹਦੀ ਐਗਜ਼ਾਮਪਲ ਲਿਖਦੇ ਹਾਂ। ਹੁਣ ਇੱਕ ਖਾਸ ਐਗਜ਼ਾਮਪਲ ਇਹ ਯਾਦ ਰੱਖਣੀ ਹੈ, ਇੱਕ ਖਾਸ ਚੀਜ਼ ਯਾਦ ਰੱਖਣੀ ਹੈ, ਜਿੰਨੇ ਵੀ ਕੋਆਰਡੀਨੇਸ਼ਨ ਕੰਪਾਊਂਡ ਨੇ ਨਾ ਇਹਨਾਂ ਨੂੰ ਸਕੁਆਇਰ ਬ੍ਰੈਕਟ 'ਚ ਲਿਖਿਆ ਜਾਂਦਾ ਹੈ। ਸਕੁਆਇਰ ਬ੍ਰੈਕਟ ਇੱਕ ਤਰ੍ਹਾਂ ਦੀ ਨਿਸ਼ਾਨੀ ਹੈ ਵੀ ਕੋਆਰਡੀਨੇਟ ਬੌਂਡ ਬਣੀ ਹੋਈ ਹੈ, ठीक है ना। ਹੁਣ ਜਿਵੇਂ ਆ ਦੇਖੋ ਸਕੁਆਇਰ ਐਗਜ਼ਾਮਪਲ ਦੇ ਅੰਦਰ ਆ ਦੇਖੋ FeCN6 है ना। ਹੁਣ ਇਹਦੇ ਅੰਦਰ ਦੱਸੋ ਕਿਹਨੇ ਲੋਨ ਪੇਅਰ ਅਸੈਪਟ ਕੀਤੀ ਹੋਈ ਹੈ, ਆਇਰਨ ਹੈ ਡੀ ਬਲੌਕ ਦਾ ਐਲੀਮੈਂਟ, ਤਾਂ ਆਇਰਨ ਹੋ ਗਿਆ ਮੇਰਾ ਲੋਨ ਪੇਅਰ ਅਸੈਪਟਰ
ਔਰ ਇਹਦੇ ਆਲੇ ਦੁਆਲੇ 6 ਸਾਇਨਾਈਡ 6 ਦੇ 6 ਇਹਨੂੰ ਇੱਕ ਇੱਕ ਲੋਨ ਪੇਅਰ ਡੋਨੇਟ ਕਰ ਰਹੇ ਨੇ, ਤਾਂ ਐਵੇਂ ਇੱਕ ਤਰ੍ਹਾਂ ਦਾ ਕੰਪਾਊਂਡ ਬਣਿਆ ਹੋਇਆ। ਔਰ ਇਹ ਸਾਰੇ ਕੰਪਾਊਂਡ ਨੂੰ ਮੈਂ ਐਵੇਂ ਸਕੁਆਇਰ ਬ੍ਰੈਕਟ 'ਚ ਲਿਖਿਆ ਹੋਇਆ। ਇਹਦੇ ਤੇ ਚਾਰਜ ਵੀ ਹੋ ਸਕਦਾ ਹੈ, ਨਿਊਟਰਲ ਵੀ ਹੋ ਸਕਦਾ ਹੈ, ਕੁਝ ਵੀ ਹੋ ਸਕਦਾ ਹੈ, ਜਿਵੇਂ ਇਸ ਤੇ 3 ਨੈਗੇਟਿਵ ਚਾਰਜ ਹੁੰਦਾ ਹੈ। ਠੀਕ ਹੈ ਨਾ। ਹੋਰ ਆਪਾਂ ਐਗਜ਼ਾਮਪਲ ਲਿਖ ਲੈਂਦੇ ਹਾਂ, FeCl6 3 ਨੈਗੇਟਿਵ 3 ਪਲੱਸ ਆ ਗਿਆ। ਠੀਕ ਹੈ। ਹੋਰ ਐਗਜ਼ਾਮਪਲ ਕੀ ਹੈ, ਜਿਵੇਂ ਮੰਨ ਲਓ ਕੋਬਾਲਟ ਅਮੋਨੀਆ 6 3 ਪੋਜ਼ੀਟਿਵ। ਹੁਣ ਇਹਦੇ ਅੰਦਰ ਕੋਬਾਲਟ ਸੈਂਟਰਲ ਐਟਮ ਹੈ, ਕੋਬਾਲਟ ਦੇ ਆਲੇ ਦੁਆਲੇ 6 ਅਮੋਨੀਆ ਉਹਨੂੰ ਲੋਨ ਪੇਅਰ ਡੋਨੇਟ ਕਰ ਰਹੇ ਨੇ, ਤੇ ਸਾਰੇ ਤੇ ਮਿਲਾ ਕੇ ਉੱਤੇ 3 ਪੋਜ਼ੀਟਿਵ ਚਾਰਜ ਹੈ। ਠੀਕ ਹੈ ਨਾ। ਜ਼ਰੂਰੀ ਨਹੀਂ ਹੈ ਵੀ ਚਾਰਜ ਉੱਪਰ ਪੋਜ਼ੀਟਿਵ, ਆ ਦੇਖੋ ਪੋਜ਼ੀਟਿਵ ਵੀ ਹੋ ਗਿਆ, ਨੈਗੇਟਿਵ ਵੀ ਹੋ ਸਕਦਾ, ਨਿਊਟਰਲ ਵੀ ਹੋ ਸਕਦਾ ਹੈ। ਆਪਾਂ ਇੱਕ ਹੋਰ ਐਗਜ਼ਾਮਪਲ ਲਿਖ ਲੈਂਦੇ ਹਾਂ, NiCO4। ਹੁਣ ਇਹ ਯਾਦ ਰੱਖੋ, ਇਹ CO ਕੋਬਾਲਟ ਨਹੀਂ ਹੈਗਾ, ਇਹ CO ਕਾਰਬਨ ਮੋਨੋਆਕਸਾਈਡ ਹੈ, ਇੱਕ ਕਾਰਬਨ ਇੱਕ ਆਕਸੀਜਨ ਹੈ, ਇਹਨੂੰ ਕਾਰਬੋਨਾਈਲ ਵੀ ਬੋਲਦੇ ਨੇ। ਕੋਬਾਲਟ ਹੁੰਦਾ C ਕੈਪੀਟਲ O ਛੋਟਾ। ਠੀਕ ਹੈ ਨਾ। ਇਹਦੇ ਅੰਦਰ ਆ ਨਿਕਲ ਹੋ ਗਿਆ, ਨਿਕਲ ਦੇ ਆਲੇ ਦੁਆਲੇ 4 ਕੋਬਾਲਟ ਉਹਨੂੰ ਆਪਣੀ ਆਪਣੀ ਲੋਨ ਪੇਅਰ ਡੋਨੇਟ ਕਰ ਰਹੇ ਨੇ। एग्जाम्पल तो समझ आ गया सारे में। ठीक है। सेकंड डेफिनेशन, पहली तो आ गई कोऑर्डिनेशन एंटिटी। सेकंड डेफिनेशन सेंट्रल एटम, सेंट्रल एटम या फिर आयन। हुण सेंट्रल एटम क्या चीज है? सेंट्रल एटम नाम तो ही पता लग रहा, ਜਿਹੜਾ ਅਸੈਪਟ ਕਰ ਰਿਹਾ ਲੋਨ ਪੇਅਰ ਨੂੰ, ਜਿਹਦੇ ਆਲੇ ਦੁਆਲੇ ਆ ਕੇ ਸਾਰੇ ਉਹਨੂੰ ਲੋਨ ਪੇਅਰ ਡੋਨੇਟ ਕਰ ਰਹੇ ਨੇ। ਠੀਕ ਹੈ ਨਾ। ਜਿਹੜਾ ਅਸੈਪਟ ਕਰ ਰਿਹਾ ਲੋਨ ਪੇਅਰ ਨੂੰ, ਉਹ ਮੇਰਾ ਸੈਂਟਰਲ ਐਟਮ ਹੋ ਗਿਆ। ਹੁਣ ਜਿਵੇਂ ਆ ਵਾਲੀ ਐਗਜ਼ਾਮਪਲ ਦੇਖੋ, FeCN6, ਇਹ 'ਚ 6 ਦੇ 6 CN ਇੱਕ ਆਇਰਨ ਨੂੰ ਲੋਨ ਪੇਅਰ ਡੋਨੇਟ ਕਰ ਰਹੇ ਨੇ, ਤਾਂ ਆਇਰਨ ਮੇਰਾ ਸੈਂਟਰਲ ਐਟਮ ਹੈ। 6 ਅਮੋਨੀਆ ਮਿਲ ਕੇ ਕੋਬਾਲਟ ਨੂੰ ਡੋਨੇਟ ਕਰ ਰਹੇ ਨੇ, ਤਾਂ ਕੋਬਾਲਟ ਸੈਂਟਰਲ ਐਟਮ ਹੈ। 4 ਕਾਰਬੋਨਾਈਲ ਮਿਲ ਕੇ ਨਿਕਲ ਨੂੰ ਡੋਨੇਟ ਕਰ ਰਹੇ ਨੇ, ਤਾਂ ਨਿਕਲ ਸੈਂਟਰਲ ਐਟਮ ਹੈ। ਠੀਕ ਹੈ ਨਾ। ਤਾਂ ਸੈਂਟਰਲ ਐਟਮ ਹੁੰਦਾ ਜਿਹੜਾ ਸਭ ਦੇ ਸੈਂਟਰ 'ਚ, ਜਿਹੜਾ ਲੋਨ ਪੇਅਰ ਨੂੰ ਅਸੈਪਟ ਕਰ ਰਿਹਾ, ਸਾਰਿਆਂ ਤੋਂ ਲੋਨ ਪੇਅਰ ਨੂੰ ਅਸੈਪਟ ਕਰ ਰਿਹਾ। ਠੀਕ ਹੈ ਨਾ। ਇਹਦੇ ਬਾਰੇ ਦੀ ਡੈਫੀਨੇਸ਼ਨ ਲਿਖ ਲਓ। ਦ ਐਟਮ ਸਲੈਸ਼ ਆਇਨ ਹੋ ਸਕਦਾ ਹੈ, ਹੁਣ ਜਿਵੇਂ ਇੱਥੇ ਨਿਕਲ ਤੇ ਕੋਈ ਚਾਰਜ ਨਹੀਂ ਹੈ ਤਾਂ ਇਹ ਐਟਮ ਹੈ, ਬਟ ਇੱਥੇ ਕੋਬਾਲਟ ਤੇ ਜੇ ਇਹਨੂੰ ਸੋਲਵ ਕਰਾਂਗੇ ਤਾਂ ਕੋਬਾਲਟ ਦੀ ਆਕਸੀਡੇਸ਼ਨ ਸਟੇਟ +3 ਹੈ, ਤਾਂ ਇਹ ਆਇਨ ਵੀ ਹੋ ਸਕਦਾ ਹੈ। ਤਾਂ ਸੈਂਟਰਲ ਐਟਮ ਹੋ ਸਕਦਾ ਨਿਊਟਰਲ ਹੋਵੇ, ਜਿਵੇਂ ਇੱਥੇ ਨਿਕਲ ਹੈ, ਜਾਂ ਹੋ ਸਕਦਾ ਉਹਦੇ ਤੇ ਕੁਝ ਨਾ ਕੁਝ ਚਾਰਜ ਹੋਵੇ, ਜਿਵੇਂ ਇੱਥੇ ਕੋਬਾਲਟ ਹੈ। ਇੱਥੇ ਆਇਰਨ ਤੇ ਵੀ X-6, ਉਹ ਸਾਰਾ ਜਿਵੇਂ ਆਪਾਂ ਸੋਲਵ ਕਰਦੇ ਹੁੰਦੇ ਸੀਗੇ। ਠੀਕ ਹੈ। ਦੇਖਿਓ ਮਾੜਾ ਜਿਹਾ, ਦ ਐਟਮ ਸਲੈਸ਼ ਆਇਨ ਟੂ ਵਿਚ, the atom slash ion to which fixed number of groups are bonded, the atom or ion to which fixed number of groups are bonded in a definite geometrical arrangement, in a definite geometrical arrangement। ਇੱਥੇ ਲਿਖ ਲੈਣਾ ਇੱਕ ਵਾਰੀ, ਚਲੋ। the atom या फिर ion to which fixed number of groups are bonded in a definite geometrical arrangement is known as central atom। ठीक है। यानी कि कुल मिला के ਇਹਦਾ ਕੰਮ ਲੋਨ ਪੇਅਰ ਅਸੈਪਟ ਕਰਨਾ ਹੈ। ਠੀਕ ਹੈ ਨਾ। ਹੁਣ ਇੱਕ ਹੋਰ ਗੱਲ ਯਾਦ ਕਰੋ, ਸਰ ਜਿਹੜੇ ਲੋਨ ਪੇਅਰ ਅਸੈਪਟ ਕਰਦੇ ਸੀਗੇ ਉਹਨੂੰ ਅਸੀਂ +1 ਚ ਕੁਝ ਹੋਰ ਨਾਮ ਨਾਲ ਯਾਦ ਬੋਲਦੇ ਸੀਗੇ। ਯਾਦ ਕਰੋ, ਆਪਾਂ +1 ਚ ਪੜ੍ਹਿਆ ਸੀ ਲੋਨ ਪੇਅਰ ਅਸੈਪਟਰ ਕੌਣ ਹੁੰਦੇ ਨੇ? ਲਿਊਇਸ ਐਸਿਡ। ਤਾਂ ਇੱਥੇ ਜਿਹੜਾ ਸੈਂਟਰਲ ਐਟਮ ਹੈ ਇਹਨੂੰ ਲਿਊਇਸ ਐਸਿਡ ਵੀ ਬੋਲ ਸਕਦੇ ਹਾਂ। +1 ਚ ਕੀਤਾ ਸੀ ਆਪਾਂ ਨੇ, ਜਿਹੜੇ ਲੋਨ ਪੇਅਰ ਨੂੰ ਅਸੈਪਟ ਕਰਦੇ ਨੇ ਉਹਨਾਂ ਨੂੰ ਲਿਊਇਸ ਐਸਿਡ ਬੋਲਦੇ ਨੇ। ਤਾਂ ਬਸ ਇਹੀ ਚੀਜ਼ ਆਪਾਂ ਲਿਖਣੀ ਹੈ, they are also known as Lewis acids, they are also known as Lewis acids। ਠੀਕ ਹੈ ਨਾ। ਇਹਦੀਆਂ ਐਗਜ਼ਾਮਪਲ ਲਿਖ ਲੈਂਦੇ ਆ, ਜਿਵੇਂ ਮੇਰੇ ਕੋਲ ਆ ਐਗਜ਼ਾਮਪਲ COClNH3 ਦੋ ਤਰ੍ਹਾਂ ਦੇ ਵੀ ਆਲੇ ਦੁਆਲੇ ਹੋ ਸਕਦੇ ਨੇ, 2 ਪੋਜ਼ੀਟਿਵ। ਹੁਣ ਇਹਦੇ ਅੰਦਰ ਦੇਖੋ ਸੈਂਟਰਲ ਐਟਮ ਕੌਣ ਹੈ? ਪਹਿਲਾਂ ਕੋਬਾਲਟ ਹੈ, ਕੋਬਾਲਟ ਦੇ ਨਾਲ ਕਲੋਰੀਨ ਜੁੜਿਆ, 5 ਅਮੋਨੀਆ ਜੁੜੇ ਨੇ, ਉੱਤੇ 2 ਪੋਜ਼ੀਟਿਵ ਚਾਰਜ ਹੈ। ਹੁਣ ਕੋਬਾਲਟ ਡੀ ਆਪਾਂ ਨੇ ਕੋਸ਼ਿਸ਼ ਕਰਨੀ ਹੁੰਦੀ ਹੈ ਵੀ ਡੀ ਬਲੌਕ ਵਾਲਾ ਲੱਭੀਏ। ਕੋਬਾਲਟ ਡੀ ਬਲੌਕ ਹੈ, ਵੈਸੇ ਇਹਦਾ ਵੀ ਮੈਂ ਤਰੀਕਾ ਦੱਸ ਦੂੰਗਾ। ਕੋਬਾਲਟ ਡੀ ਬਲੌਕ ਹੈ, ਤਾਂ ਕੋਬਾਲਟ ਮੇਰਾ ਇੱਥੇ ਹੋ ਗਿਆ ਸੈਂਟਰਲ ਐਟਮ।
ठीक है ना। या ए वाली एग्जांपल चक लो, ये पहले केस च सेंट्रल एटम कौन है, आयरन। दूजे केस च सेंट्रल एटम कौन है, कोबाल्ट। तीजे केस च सेंट्रल एटम कौन है, निकल। तो बस जेड़ा एक्सेप्ट कर रहा वो सेंट्रल एटम है। बन जाएगा जी, इत्थे तक सारिਆਂ ਨੂੰ समझ आ रहा है, ठीक है। बिल्कुल दिमाग वाला चैप्टर है यार, बस बेसिक जी चीज़ां समझनियां ने, क्वेश्चन करने ने। चलो थर्ड है लिगेंड, LIGAND, लिगेंड। मम्मा ਨੂੰ फोन करे। मैं ये समझाना, देख आ मेरे को सेंट्रल एटम है ना, इनू डोनेट करने वाले बहुत सारे भी हो सकते हैं। इतने Cl भी डोनेट कर रहे हैं, अमोनीया भी डोनेट कर रहे हैं, ठीक है ना। डोनर दो तरह के, तीन तरह के, 5 तरह के, 6 तरह के, जिन्ने मर्जी हो सकते हैं। वो भी मैं दसूंगा भी सर, फिर सानू किवें पता लगूगा कौन है, ये भी मैं दसूंगा, ठीक है। अगे लिखो लिगेंड। लिगेंड कौन ने यार, जेडे डोनेट कर रहे हैं वो लिगेंड ने। हुण जिवें आ चेक करो, मैं पहली एग्जांपल लेना, ए वाली एग्जांपल, ये आयरन सेंट्रल है, इनू डोनेट कौन कर रहे हैं, आ साइनाइड डोनेट कर रहे हैं ना, CN। तो CN लिगेंड है, ठीक है ना। इधर कोबाल्ट सेंट्रल है, इनू डोनेट कौन कर रहा है, अमोनीया। तो अमोनीया लिगेंड है। इधर निकल है सेंट्रल एटम, इनू डोनेट कौन कर रहा है, कार्बोनाइल, CO, कार्बोनाइल। तो कार्बोनाइल लिगेंड है। तो जेडे एक्सेप्ट कर रहे हैं वो सेंट्रल एटम या ल्यूइस एसिड, जेडे डोनेट कर रहे हैं वो लिगेंड या ल्यूइस बेस। यानी गल समझ आ रही है ना, ठीक है। तो लिगेंड की डेफिनेशन लिखो फटाफट। द आयंस और मॉलिक्यूल्स, the ions or molecules bound to central atom, bound to central atom in the coordination entity, in the coordination entity are known as ligands, are known as sorry एक मिनट, फोन थोड़ा बैटरी कट गई थी। The ions or molecules bound to central atom in the coordination entity are known as ligands। ਤਾਂ ਜਿਹੜੇ ਸੈਂਟਰਲ ਐਟਮ ਦੇ ਆਲੇ ਦੁਆਲੇ ਜੁੜੇ ਹੋਏ ਨੇ ਇਹਨਾਂ ਨੂੰ ਲਿਗੈਂਡ ਬੋਲਦੇ ਨੇ, ਠੀਕ ਹੈ ਨਾ। ਆਹੀ ਵਾਲੀ ਐਗਜ਼ਾਮਪਲ ਲਿਖ ਲੈਨੇ ਆਪਾਂ ਉੱਪਰ ਵਾਲੀ, ਉਹ ਫॉर एग्जांपल in COClNH3 5 2 पॉजिटिव, Cl भी लिगेंड है और अमोनिया भी लिगेंड है, ये दोनों लिगेंड है। Cl भी लिगेंड है और अमोनिया भी लिगेंड है। एनी गल समझ आ रही है। ठीक है जी, Cl भी लिगेंड है और अमोनिया भी लिगेंड है। हो जाएगा ना पार्ट। चलो दे आर हुण जेडे लोन पेयर एक्सेप्ट कर रहे सीगे वो तो सीगे ल्यूइस एसिड। +1 च याद करो जेडे लोन पेयर डोनेट कर रहे सीगे वो हुंदे सीगे ल्यूइस बेस। तो इत्थे लिखी लैने आपां, दे आर आल्सो नोन एज, दे आर आल्सो नोन एज ल्यूइस बेसिस। इन्हां नूं ल्यूइस बेस भी बोलिया जाता है, ठीक है ना। और लिगेंड सब तो जरूरी चीज़ है, अपना मैक्सिमम चैप्टर ही लिगेंड के आले दुआले घूमेगा। अपने लिगेंड नूं ही समझना साडे लई ज़्यादा जरूरी है, ठीक है। हुण लिगेंड ना कई तरह के हो सकते हैं, वो चीज़ इंपॉर्टेंट है, ठीक है। हुण देखो मैं जिवें कि एग्जांपल दिंदा, हुण जिहड़ा Cl है ना, Cl एक इहो जिहा लिगेंड है जिहड़ा एक टाइम ते किसी चीज़ नाल एक बॉन्ड बनाउंदा है। हुण जिवें इत्थे Cl है, Cl ने अपनी एक लोन पेयर कोबाल्ट नूं दित्ती है। सेम अमोनीया भी है, अमोनीया ने अपनी एक लोन पेयर कोबाल्ट नूं दित्ती है। अमोनीया की गिणती 5 है, पर अगर एक अमोनीया की गल करिए तो वह कोबाल्ट नूं सिर्फ एक लोन पेयर डोनेट करेगा।
Cl ਕੋਬਾਲਟ ਨੂੰ ਸਿਰਫ ਇੱਕ ਲੋਨ ਪੇਅਰ ਦੇ ਰਿਹਾ ਹੈ। ਇੱਧਰ ਦੇਖਦੇ ਆ ਸਾਇਨਾਈਡ ਆਇਰਨ ਨੂੰ ਸਿਰਫ ਇੱਕ ਲੋਨ ਪੇਅਰ ਦੇ ਰਿਹਾ। ਅਮੋਨੀਆ ਚ ਨਾਈਟ੍ਰੋਜਨ ਕੋਬਾਲਟ ਨੂੰ ਸਿਰਫ ਇੱਕ ਲੋਨ ਪੇਅਰ ਦੇ ਰਿਹਾ। ਠੀਕ ਹੈ ਨਾ। ਤਾਂ ਐਵੇਂ ਦੇ ਐਟਮ ਜਿਹੜੇ ਸੈਂਟਰਲ ਐਟਮ ਨੂੰ ਸਿਰਫ ਇੱਕ ਲੋਨ ਪੇਅਰ ਦਿੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਯੂਨੀਡੈਂਟੇਟ ਲਿਗੈਂਡ। ਠੀਕ ਹੈ ਨਾ। ਇਹ ਨਹੀਂ ਹੈ ਵੀ ਇਹਦੇ ਤੇ ਹੈ ਹੀ ਇੱਕ ਲੋਨ ਪੇਅਰ, Cl ਤੇ ਇੱਥੇ 4 ਲੋਨ ਪੇਅਰਸ ਨੇ, ਪਰ ਇਹ ਡੋਨੇਟ ਕਿੰਨੀਆਂ ਕਰਦਾ ਹੈ? ਇਹ ਡੋਨੇਟ ਸਿਰਫ ਇੱਕ ਲੋਨ ਪੇਅਰ ਕਰਦਾ ਹੈ, ਤਾਂ ਇਹ ਯੂਨੀਡੈਂਟੇਟ ਲਿਗੈਂਡ ਹੈ। ਹੁਣ ਜਿਵੇਂ ਵਾਟਰ ਹੈ, ਵਾਟਰ ਚ ਆਕਸੀਜਨ ਤੇ 2 ਲੋਨ ਪੇਅਰ ਹੁੰਦੇ ਨੇ, ਪਰ ਵਾਟਰ ਹਮੇਸ਼ਾ ਉਹਦੇ ਚੋਂ ਇੱਕ ਹੀ ਲੋਨ ਪੇਅਰ ਡੋਨੇਟ ਕਰਦਾ ਹੈ, ਤਾਂ ਵਾਟਰ ਵੀ ਯੂਨੀਡੈਂਟੇਟ ਲਿਗੈਂਡ ਹੈ। ਯੂਨੀ ਮਤਲਬ ਸਿੰਗਲ, ਡੈਂਟੇਟ ਮਤਲਬ ਉਹ ਕਿੰਨੀਆਂ ਬੌਂਡ ਬਣਾ ਰਿਹਾ, ਕਿੰਨੀ ਵਾਰੀ ਜੁੜ ਰਿਹਾ, ਤਾਂ ਉਹ ਯੂਨੀਡੈਂਟੇਟ ਸਿੰਗਲ ਬੌਂਡ ਬਣਾ ਰਿਹਾ। ਠੀਕ ਹੈ ਨਾ। ਪਰ ਕਈ ਲਿਗੈਂਡ ਹੁੰਦੇ ਨੇ, ਜਿਵੇਂ ਮੈਂ ਹੁਣੀ ਤੁਹਾਨੂੰ ਕੁਝ ਐਗਜ਼ਾਮਪਲ ਲਿਖਾਉਂਗਾ, ਜਿਹੜੇ ਇੱਕ ਟਾਈਮ ਤੇ ਸੈਂਟਰਲ ਐਟਮ ਦੇ ਨਾਲ 2 ਬੌਂਡ ਬਣਾਉਂਦੇ ਨੇ, ਉਹਨਾਂ ਨੂੰ ਕਹਿੰਦੇ ਨੇ ਬਾਈਡੈਂਟੇਟ ਜਾਂ ਡਾਈਡੈਂਟੇਟ। ਡਾਈ ਮਤਲਬ ਕਿ 2। ਐਵੇਂ ਕਈ ਲਿਗੈਂਡ ਹੁੰਦੇ ਨੇ ਜਿਹੜੇ ਇੱਕੋ ਟਾਈਮ ਤੇ 3 ਬੌਂਡ ਬਣਾ ਲੈਂਦੇ ਨੇ, 4 ਬੌਂਡ ਵੀ ਬਣਾ ਲੈਂਦੇ ਨੇ। ਐਵੇਂ ਟਰਾਈਡੈਂਟੇਟ ਹੋ ਗਿਆ, ਫਿਰ ਟੈਟਰਾਡੈਂਟੇਟ ਹੋ ਗਿਆ, ਫਿਰ ਹੈਕਸਾਡੈਂਟੇਟ ਵੀ ਹੁੰਦੇ ਨੇ ਜਿਹੜੇ ਇੱਕ ਟਾਈਮ ਤੇ 6 ਬੌਂਡ ਬਣਾ ਸਕਦੇ ਨੇ। ਹੁਣ ਸਰ ਐਵੇਂ ਕਿਵੇਂ ਪੋਸੀਬਲ ਹੈ ਜੀ? 6 ਬੌਂਡ ਕਿਵੇਂ ਬਣ ਜੂਗੀ? ਬੌਂਡ ਤਾਂ ਇਹ ਗੱਲ ਉਹਦੀ ਨਹੀਂ ਹੋ ਰਹੀ ਵੀ ਡਬਲ ਬੌਂਡ ਕਿ ਟ੍ਰਿਪਲ ਬੌਂਡ, ਉਹ ਬੌਂਡ ਦੀ ਗੱਲ ਨਹੀਂ ਹੋ ਰਹੀ। 6 ਵਾਰੀ ਇੱਕੋ ਚੀਜ਼ ਨਾਲ ਜੁੜ ਸਕਦੇ ਨੇ। ਠੀਕ ਹੈ ਨਾ। ਉਹ ਹੁਣ ਉਹਨਾਂ ਦਾ ਮੋਲੀਕਿਊਲ ਦਾ ਸਾਈਜ਼ ਵੀ ਬਹੁਤ ਬੜਾ ਹੁੰਦਾ ਹੈ, ਉਹਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਠੀਕ ਹੈ ਨਾ। ਤਾਂ ਆਪਣੇ ਕੋਲ ਇਦਾਂ ਲਿਗੈਂਡ ਕਈ ਤਰ੍ਹਾਂ ਦੇ ਹੋ ਸਕਦੇ ਨੇ। ਹੋ ਸਕਦਾ ਲਿਗੈਂਡ ਇੱਕੋ ਟਾਈਮ ਤੇ ਇੱਕ ਬੌਂਡ ਬਣਾਵੇ, ਹੋ ਸਕਦਾ ਲਿਗੈਂਡ ਇੱਕੋ ਸੈਂਟਰਲ ਐਟਮ ਨਾਲ 3 ਬੌਂਡ ਬਣਾ ਲੇ, ਹੋ ਸਕਦਾ 6 ਬੌਂਡ ਬਣਾ ਲੇ। ਠੀਕ ਹੈ ਨਾ। ਤਾਂ ਐਵੇਂ ਆਪਾਂ ਲਿਗੈਂਡ ਨੂੰ ਕਲਾਸੀਫਾਈ ਕਰਦੇ ਹਾਂ। ਇੱਥੇ ਲਿਖਿਓ। ਹੁਣ ਆਪਾਂ ਬਸ ਪੁਆਇੰਟਸ ਲਿਖਣੇ ਨੇ, ਕੁਝ ਪੁਆਇੰਟਸ ਦੀ ਫਾਰਮ 'ਚ ਲਿਖ ਲਓ ਆਪਣੇ ਆਪਣੇ ਅਕੋਰਡਿੰਗਲੀ। ਪਹਿਲਾ ਪੁਆਇੰਟ ਲਿਖੋ, when a ligand is bound to central atom, when a ligand is bound to central atom through a single donor atom, ਜਦੋਂ ਲਿਗੈਂਡ ਸੈਂਟਰਲ ਐਟਮ ਨਾਲ ਜੁੜ ਰਿਹਾ ਹੈ ਪਰ ਉਹਦੇ ਕੋਲ ਸਿਰਫ ਇੱਕੋ ਡੋਨਰ ਐਟਮ ਹੈ, ਡੋਨਰ ਜਿਹੜਾ ਡੋਨੇਟ ਕਰ ਰਿਹਾ, ਇੱਕੋ ਵਾਰੀ ਡੋਨੇਟ ਕਰ ਰਿਹਾ। ਪਹਿਲਾ ਪੁਆਇੰਟ ਮੈਂ ਲਿਖ ਦਿੰਦਾ ਨਾਲ ਨਾਲ, when a ligand is bound to central atom through a single donor atom, comma, the ligand is known as unidentate। ठीक है। ਇਹਦੀ ਐਗਜ਼ਾਮਪਲ ਜਿਵੇਂ ਆਹੀ Cl ਨੈਗੇਟਿਵ, ਵਾਟਰ, ਅਮੋਨੀਆ ਐਟਸੈਟਰਾ। ਦੇਖੋ ਲਿਗੈਂਡ ਦੇ ਮਾਈਨਸ ਵੀ ਹੋ ਸਕਦਾ, ਲਿਗੈਂਡ ਨਿਊਟਰਲ ਵੀ ਹੋ ਸਕਦਾ, ਕੁਝ ਵੀ ਹੋ ਸਕਦਾ। ਠੀਕ ਹੈ ਨਾ। यूनिडेंटेट लिगेंड लिख लेना पार्ट। सेकंड लिखो, सेकंड पॉइंट, when ligand can bind through, when ligand can bind through 2 donor atoms, when ligand can bind through 2 donor atoms, comma, it is known as didentate या bidentate, it is known as didentate। ਇਹਦੀਆਂ ਮੈਂ एग्जांपल्स लिखाना। एग्जांपल्स डाइडेंटेट वाली एग्जांपल बहुत इंपॉर्टेंट ने। ठीक है। एग्जांपल पहली एग्जांपल है NH2 CH2 CH2 NH2। ਇਹ ਵੀ ਇੱਕ ਲਿਗੈਂਡ ਆਊਗਾ ਤੁਹਾਨੂੰ। ਠੀਕ ਹੈ। ਇਹਦੇ ਅੰਦਰ ਆ ਨਾਈਟ੍ਰੋਜਨ ਵੀ ਡੋਨੇਟ ਕਰਦਾ, ਆ ਵਾਲਾ ਵੀ। ਦੇਖੋ ਇੱਕ ਟਾਈਮ ਤੇ ਇੱਥੋਂ ਵੀ ਡੋਨੇਟ ਕਰਦਾ, ਇੱਧਰੋਂ ਵੀ ਡੋਨੇਟ ਕਰਦਾ, ਤਾਂ ਇਹ 2 ਬੌਂਡ ਬਣਾ ਲੈਂਦਾ ਇੱਕੋ ਟਾਈਮ ਤੇ। ਗੱਲ ਸਮਝ ਆਈ ਨਾ। ਆ ਨਾਈਟ੍ਰੋਜਨ ਵੀ ਡੋਨੇਟ ਕਰਦਾ, ਆ ਨਾਈਟ੍ਰੋਜਨ ਵੀ ਡੋਨੇਟ ਕਰਦਾ, ਇੱਕੋ ਟਾਈਮ ਤੇ 2 ਬੌਂਡ ਬਣਾ ਲੈਂਦਾ। ਠੀਕ ਹੈ। ਇਹਦਾ ਨਾਮ ਕੀ ਹੈ? ਇਹਦਾ ਨਾਮ ਹੈਗਾ ਈਥੇਨ 1,2 ਡਾਇਅਮੀਨ। ਠੀਕ ਹੈ। ਨਾਮ ਬਹੁਤ ਇੰਪੋਰਟੈਂਟ ਹੈ। ਜਾਂ ਇਹਨੂੰ ਨਾ ਸ਼ਾਰਟ ਫਾਰਮ 'ਚ EN ਲਿਖਿਆ ਹੁੰਦਾ।
ਤੁਸੀਂ ਕਈ ਵਾਰੀ ਲਿਗेंड 'ਚ ਨਾ EN ਲਿਖਿਆ ਦੇਖੋਗੇ, EN मतलब ਆ ਵਾਲਾ ਲਿਗेंड ਹੈ। ਇੱਕ ਹੋਰ ਐਗਜ਼ਾਮਪਲ ਇਹਦੀ ਲਿਖ ਲੈਂਦੇ ਆ, C2O4 2-, ਇਹਨੂੰ ਆਕਜ਼ੇਲੇਟ ਬੋਲਦੇ ਨੇ ਤੇ ਇਹਦਾ ਸ਼ਾਰਟ ਫਾਰਮ 'ਚ OX ਲਿਖਿਆ ਹੁੰਦਾ ਹੈ। C2O4 2-, C2O4 2-, ਠੀਕ ਹੈ ਨਾ। ਹੁਣ ਇੱਕ ਵਾਰੀ ਵੀ ਬੌਂਡ ਬਣਾ ਸਕਦਾ ਯੂਨੀਡੈਂਟੇਟ, 2 ਵਾਰੀ ਬਣਾ ਸਕਦਾ ਡਾਈਡੈਂਟੇਟ, 3 ਵਾਰੀ ਟਰਾਈ। ਹੁਣ ਜਿਹੜਾ ਵੀ ਬਸ 2 ਤੋਂ ਜ਼ਿਆਦਾ ਨਾ ਉਹਨੂੰ ਪੋਲੀਡੈਂਟੇਟ ਇਕੱਠਾ ਹੀ ਬੋਲ ਦਿੰਦੇ ਆ ਆਪਾਂ, ਫਿਰ ਵੀ ਪਤਾ ਹੋਣਾ ਚਾਹੀਦਾ ਮਤਲਬ। ਪੋਲੀ ਦਾ ਮਤਲਬ ਇਹ ਹੁੰਦਾ ਇੱਕ ਤੋਂ ਜ਼ਿਆਦਾ, ਮਲਟੀਪਲ, ਠੀਕ ਹੈ। ਤਾਂ ਅਗਲੀ ਲਾਈਨ 'ਚ ਲਿਖ ਲਓ, ਅਗਲਾ ਪੁਆਇੰਟ ਲਿਖ ਲਓ। अगला पॉइंट, when several donor atoms are present, when several donor atoms are present in a single ligand, in a single ligand, comma, it is known as polydentate. It is known as ਪੋਲੀਡੈਂਟੇਟ। ਜਦੋਂ ਇੱਕੋ ਲਿਗੈਂਡ ਬਹੁਤ ਵਾਰੀ ਡੋਨੇਟ ਕਰ ਸਕਦਾ ਹੈ ਉਹਨੂੰ ਪੋਲੀਡੈਂਟੇਟ ਬੋਲਦੇ ਨੇ। ਇਹਦੀ ਐਗਜ਼ਾਮਪਲ ਸਭ ਤੋਂ ਇੰਪੋਰਟੈਂਟ ਹੈ, ਇਹਨੂੰ ਕਹਿੰਦੇ ਨੇ EDTA4-। क्या नाम है पूरा, मैं नाम लिख देना, इथाइलिन डायमीन टेट्रा एसीटेट, ठीक है। ਇਹਦਾ ਸਟਰਕਚਰ ਵੀ ਬਣਾ ਲਓ। ਸਟਰਕਚਰ ਦੇਖੋ ਕਿਵੇਂ ਦਾ ਹੁੰਦਾ ਹੈ, CH2 CH2N CH2 COO- CH2 COO- N CH2 COO- CH2 COO-। ਸਟਰਕਚਰ ਵੀ ਇੰਪੋਰਟੈਂਟ ਨੇ, ਠੀਕ ਹੈ, ਕਿਉਂਕਿ ਆਪਾਂ ਅੱਗੇ ਜਾ ਕੇ ਰਿਕਾਰਡ ਚੈਪਟਰ ਦੇ ਐਂਡ 'ਚ ਇਹਨਾਂ ਦੇ ਸਟਰਕਚਰਸ ਵੀ ਪੜਾਂਗੇ, ਤਾਂ ਉੱਥੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਨਹੀਂ ਵੀ ਸਿਰਫ ਨਾਮ ਯਾਦ ਕਰ ਲਿਆ ਜਾਂ ਫਾਰਮੂਲਾ ਯਾਦ ਕਰ ਲਿਆ, ਸਟਰਕਚਰ ਵੀ ਯਾਦ ਹੋਣੇ ਚਾਹੀਦੇ ਨੇ, ਠੀਕ ਹੈ ਜੀ। ਔਰ ਜਿੰਨੇ ਇਹ ਹੁਣ ਜਿਵੇਂ ਦੇਖੋ ਨਾ, ਇੱਕ ਗੱਲ ਸੋਚੋ, ਆਹ 2 ਵਾਰ ਜੁੜ ਰਿਹਾ ਇੱਕੋ ਐਟਮ ਦੇ ਨਾਲ, ਆ NH2 CH2 CH2 NH2, ਮੈਂ ਤੇ ਰਫ 'ਚ ਸਮਝਾ ਦਿੰਦਾ। ਇਹ ਸੇਮ ਚੀਜ਼ ਦੇ ਨਾਲ ਨਾ 2 ਵਾਰ ਜੁੜ ਰਿਹਾ। ਹੁਣ ਮੰਨ ਲਓ ਮੇਰੇ ਕੋਲ ਸੈਂਟਰਲ ਐਟਮ ਹੈ ਕੋਬਾਲਟ, ਹੈ ਨਾ, ਇੱਧਰ ਹੈਗਾ NH2 CH2 CH2 NH2, ਪੂਰਾ ਕੰਪਾਊਂਡ ਹੈ। ਇੱਧਰੋਂ ਇਹਨੇ ਆਪਣਾ ਲੋਨ ਪੇਅਰ ਡੋਨੇਟ ਕੀਤਾ, ਇੱਧਰੋਂ ਇਹਨੇ ਆਪਣਾ ਲੋਨ ਪੇਅਰ ਡੋਨੇਟ ਕੀਤਾ, ਦੋਨਾਂ ਨੇ ਕੋਬਾਲਟ ਨੂੰ ਲੋਨ ਪੇਅਰ ਡੋਨੇਟ ਕਰਤਾ। ਚੈੱਕ ਕਰੋ, ਇੱਥੇ ਇੱਕ ਰਿੰਗ ਟਾਈਪ ਸਟਰਕਚਰ ਬਣ ਗਿਆ, ਕਲੋਜ਼ਡ ਕੰਪਾਊਂਡ ਬਣ ਗਿਆ। ਇਹ ਇੱਕ ਓਪਨ ਨਹੀਂ ਰਿਹਾ, ਕਲੋਜ਼ਡ ਹੋ ਗਿਆ ਨਾ। ਭਾਵੇਂ ਅਗਰ ਇਹ 3 ਵਾਰ ਡੋਨੇਟ ਕਰਦਾ, ਮੰਨ ਲਓ ਇੱਥੇ ਕੁਝ ਹੋਰ ਹੁੰਦਾ, ਉਹ ਤੀਜੀ ਵਾਰੀ ਡੋਨੇਟ ਕਰਦਾ, ਤਾਂ ਕੁੱਲ ਮਿਲਾ ਕੇ ਨਾ ਜਦੋਂ ਵੀ ਕੋਈ ਇੱਕ ਤੋਂ ਜ਼ਿਆਦਾ ਵਾਰ ਡੋਨੇਟ ਕਰਦਾ ਹੈ ਤਾਂ ਕਲੋਜ਼ਡ ਕੰਪਾਊਂਡ ਬਣ ਜਾਂਦੇ ਨੇ। ਇਦਾਂ ਦੇ ਜਿਹੜੇ ਕਲੋਜ਼ਡ ਕੰਪਾਊਂਡ ਬਣਦੇ ਨੇ, ਇਹਨਾਂ ਦਾ ਇੱਕ ਨਾਮ ਹੁੰਦਾ ਹੈ, ਇਹਨਾਂ ਨੂੰ ਬੋਲਦੇ ਨੇ ਚਿਲੇਟ ਕੰਪਲੈਕਸ, CHELATE, ਚਿਲੇਟ ਕੰਪਲੈਕਸ, ਠੀਕ ਹੈ ਨਾ। ਤਾਂ ਇੱਕ ਚਿਲੇਟ ਕੰਪਲੈਕਸ ਕੀ ਹੈ ਵੀ ਜਦੋਂ ਕੋਈ ਲਿਗੈਂਡ ਨੇ ਇੱਕ ਤੋਂ ਜ਼ਿਆਦਾ ਵਾਰੀ ਇੱਕੋ ਲਿਗੈਂਡ ਜੁੜ ਗਿਆ ਤਾਂ ਉਹਨੇ ਸੈਂਟਰਲ ਐਟਮ ਦੇ ਅਰਾਊਂਡ ਇੱਕ ਰਿੰਗ ਟਾਈਪ ਸਟਰਕਚਰ ਬਣਾ ਲਿਆ। ਹੁੰਦਾ ਕੀ ਹੈ, ਇਹ ਰਿੰਗ ਟਾਈਪ ਸਟਰਕਚਰ ਨਾ ਕਾਫੀ ਜ਼ਿਆਦਾ ਸਟੇਬਲ ਹੁੰਦੇ ਨੇ, ਤਾਂ ਇਹਨਾਂ ਨੂੰ ਚਿਲੇਟ ਕੰਪਲੈਕਸ ਜਾਂ ਚਿਲੇਟ ਕੋਆਰਡੀਨੇਸ਼ਨ ਕੰਪਾਊਂਡ ਬੋਲਦੇ ਨੇ, ਠੀਕ ਹੈ ਨਾ। ਤਾਂ ਇਹ ਵੀ ਆਪਾਂ ਪੁਆਇੰਟ ਲਿਖ ਲੈਂਦੇ ਆ, ਪੁਆਇੰਟ ਲਿਖਿਓ ਅੱਗੇ ਫਟਾਫਟ। when a polydentate ligand, when a polydentate ligand uses its 2 or more donor atoms simultaneously, 2 or more donor atoms simultaneously to bind a single metal ion, comma, it is known as chelate ligand. It is known as chelate ligand.
ठीक है ना ਵੀ ਇੱਕੋ ਵਾਰੀ 2 ਜਾਂ 3 ਕੋਈ ਬੌਂਡ ਅਗਰ ਕਿਸੇ ਨਾਲ ਜੁੜ ਜਾਵੇ ਤਾਂ ਉਹ ਜਿਹੜਾ ਰਿੰਗ ਟਾਈਪ ਸਟਰਕਚਰ ਬਣ ਜਾਂਦਾ ਹੈ ਉਹਨੂੰ ਚੈਲੇਟ ਕੰਪਲੈਕਸ ਬੋਲਦੇ ਨੇ ठीक है अच्छा ये भी लिख लो चैलेट लिगेंड एंड द कॉम्प्लेक्स इज नोन एज चैलेट कॉम्प्लेक्स कॉम्प्लेक्स मतलब कि कोऑर्डिनेशन कंपाउंड एंड द कॉम्प्लेक्स इज known as चैलेट कॉम्प्लेक्स ठीक है जी एंड द कॉम्प्लेक्स इज नोन एज चैलेट कॉम्प्लेक्स हो जाएगा ना पार्ट ठीक है अगला पॉइंट लिखो ये चैलेट ये लिगेंड के अंदर ही है सारा कुछ जो मैं दसा ना भी लिगेंड सब तो जरूरी चीज है ये सारा कुछ लिगेंड के अंदर ही चल रहा हाले अगला पॉइंट लिख लो द नंबर ऑफ ligating groups the number of ligating groups is known as denticity of ligand the number of ligating groups is known as denticity of ligand ਕਹਿੰਦਾ ਲਿਗੇਟਿੰਗ ਗਰੁੱਪ ਜਿੰਨੀ ਵਾਰੀ ਜੁੜੇਗਾ ਉਹਦੀ ਡੈਂਸਿਟੀ ਹੈ ਹੁਣ ਜਿਵੇਂ ਯੂਨੀਡੈਂਟੇਟ ਵਾਲਿਆਂ ਦੀ ਡੈਂਸਿਟੀ 1 ਹੈ डाइडेंटेट वाले की डेंटिसिटी 2 है ट्राइडेंटेट वाले की डेंटिसिटी 3 है हैक्साडेंटेट वाले की डेंटिसिटी 6 है ठीक है ना तो वही जिन्नी बारी जुड़ रहे बस ਉਹਨੂੰ बोलते हैं डेंटिसिटी हो जाएगा इन्ना पार्ट ठीक है ਇਹਦੇ ਅੰਦਰ ਹੁਣ ਇੱਕ ਲਿਗੈਂਡ ਦੇ ਹੀ ਅੰਦਰ ਸਭ ਤੋਂ ਇੰਪੋਰਟੈਂਟ ਲਿਖੋ ਐਂਬੀਡੈਂਟੇਟ ਲਿਗੈਂਡ ਇਹਦੇ ਤੇ ਕਾਫੀ ਕੁਐਸਚਨ ਬਣਦੇ ਨੇ ਐਂਬੀਡੈਂਟੇਟ ਲਿਗੈਂਡ ठीक है ना एम्बीडेंटेट लिगेंड एम्बी मतलब ਹੁੰਦਾ बोथ साइड ਹੁਣ ਨਾ ਕਈ यूनिडेंटेट लिगेंड भी बड़े अजीब ने बड़े डिफरेंट ने ਜਿਵੇਂ ਨਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਹੁਣ ਜਿਵੇਂ ਸਾਇਨਾਈਡ ਹੈ ਤੇ ਰਫ ਪੇਜ ਕਿੱਥੇ ਗਿਆ ਮੇਰਾ ਪੇਜ ਕਰਨਾ ਹੁਣ ਜਿਵੇਂ ਸਾਇਨਾਈਡ ਹੈ ਤਾਂ यूनिडेंटेट लिगेंड ਇਹ ਇੱਕ ਟਾਈਮ ਤੇ ਇੱਕੋ ਬੌਂਡ ਬਣਾਉਂਦਾ ਹੈ ਠੀਕ ਹੈ ਪਰ ਉਹ ਇੱਕੋ ਬੌਂਡ ਬਣਾਉਣ ਦੇ ਦੋ ਤਰੀਕੇ ਨੇ देखो ये कोल ना लोन पेयर ਜਿਹੜੀ ਹੁੰਦੀ ਹੈ ਉਹ C ਤੇ ਵੀ ਹੁੰਦੀ ਹੈ N ਤੇ ਵੀ ਹੁੰਦੀ ਹੈ ਇਹ ਐਵੇਂ ਨਹੀਂ ਕਰਦਾ ਵੀ ਇਹ ਦੋਨੋਂ ਇਕੱਠੀ ਡੋਨੇਟ ਕਰਦੇ ਡਾਈਡੈਂਟੇਟ ਨਹੀਂ ਹੈਗਾ ਇਹ ਡੋਨੇਟ ਇੱਕੋ ਕਰਦਾ ਹੈਗਾ ਯੂਨੀਡੈਂਟੇਟ ਹੀ ਹੈ ਪਰ ਦੇਖੋ ਮੰਨ ਲਓ ਨਾ ਕੋਬਾਲਟ ਹੈ ਕੋਬਾਲਟ ਨੂੰ ਜਿਹੜੀ ਲੋਨ ਪੇयर ਡੋਨੇਟ ਕੀਤੀ ਹੈ C ਨੇ ਕੀਤੀ ਹੈ ਤਾਂ ਇਹ ਬਣੇਗਾ ਕੋਬਾਲਟ ਦੇ ਨਾਲ ਸਾਇਨਾਈਡ ਜੁੜਿਆ ਹੋਇਆ ਸਹੀ ਹੈ ਨਾ ਮੰਨ ਲਓ ਨਿਕਲ ਹੈ ਨਿਕਲ ਨੂੰ ਲੋਨ ਪੇयर ਡੋਨੇਟ ਕਰੀ ਹੈ N ਨੇ ਤਾਂ ਨਿਕਲ ਦੇ ਨਾਲ Cn ਨਹੀਂ ਜੁੜੇਗਾ ਨਿਕਲ ਦੇ ਨਾਲ Nc ਜੁੜੇਗਾ ਸਰ ਲਿਖਣ ਚ ਤਾਂ ਸੇਮ ਹੈ ਬਿਲਕੁਲ ਸੇਮ ਹੈ ਪਰ ਕੋਬਾਲਟ ਨੂੰ ਲੋਨ ਪੇਅਰ ਡੋਨੇਟ ਕਰਨ ਵਾਲਾ ਕਾਰਬਨ ਹੈ ਨਿਕਲ ਨੂੰ ਲੋਨ ਪੇਅਰ ਡੋਨੇਟ ਕਰਨ ਵਾਲਾ ਨਾਈਟ੍ਰੋਜਨ ਹੈ ਹੈਗੇ ਯੂਨੀਡੈਂਟੇਟੀ ਨੇ ਪਰ ਇਹ ਜਿਸ ਜਗ੍ਹਾ ਤੋਂ ਲੋਨ ਪੇਅਰ ਡੋਨੇਟ ਕਰਦੇ ਨੇ ਉਸ ਹਿਸਾਬ ਨਾਲ ਕੰਪਾਊਂਡ ਬਦਲ ਜਾਂਦਾ ਹੈ मतलब अगर पेपर ते लिखा होवे COCN6 और पेपर ते लिखा होवे CONC6 ਤਾਂ ਇਹ ਅਲੱਗ-ਅਲੱਗ ਚੀਜ਼ਾਂ ਨੇ ਹੈਗੇ ਉਹੀ ਹੈ ਹੈਗਾ ਇਹ ਚ ਵੀ ਕੋਬਾਲਟ ਹੈ ਇਹ ਚ ਵੀ 6 ਕਾਰਬਨ 6 ਨਾਈਟ੍ਰੋਜਨ ਨੇ ਇਸ ਚ ਵੀ ਕੋਬਾਲਟ ਹੈ 6 ਕਾਰਬਨ 6 ਨਾਈਟ੍ਰੋਜਨ ਨੇ ਪਰ ਇਸ ਚ ਕੋਬਾਲਟ ਨੂੰ ਲੋਨ ਪੇਅਰ ਕੌਣ ਡੋਨੇਟ ਕਰ ਰਿਹਾ ਕਾਰਬਨ ਇਸ ਚ ਕੋਬਾਲਟ ਨੂੰ ਲੋਨ ਪੇਅਰ ਕੌਣ ਡੋਨੇਟ ਕਰ ਰਿਹਾ ਨਾਈਟ੍ਰੋਜਨ ਜਦਕਿ ਲਿਗੈਂਡ ਬਿਲਕੁਲ ਉਹੀ ਹੈ ਨਾ ਤਾਂ ਐਵੇਂ ਦੇ ਲਿਗੈਂਡ ਨੂੰ ਐਂਬੀਡੈਂਟੇਟ ਬੋਲਦੇ ਨੇ ਬੋਥ ਸਾਈਡ ਇਹ ਲਿਗੈਂਡ ਇਹੋ ਜਿਹਾ ਹੈ ਜਿਹੜਾ ਇੱਕ ਜਗ੍ਹਾ ਤੋਂ ਡੋਨੇਟ ਕਰੇ ਤਾਂ ਅਲੱਗ ਤਰ੍ਹਾਂ ਦੀ ਚੀਜ਼ ਬਣਦੀ ਹੈ ਦੂਸਰੀ ਜਗ੍ਹਾ ਤੋਂ ਡੋਨੇਟ ਕਰੇ ਤਾਂ ਹੋਰ ਕੁਝ ਬਣਦਾ ਹੈ ਔਰ ਇਕੱਲਾ ਨਹੀਂ ਹੈ ਐਵੇਂ ਦੇ ਬਹੁਤ ਸਾਰੇ ਨੇ ਜਿਵੇਂ ਨਾਈਟਰੋ ਹੈ NO2 ਇਦਾਂ ਦਾ ਹੁੰਦਾ N ਡਬਲ ਬੌਂਡ ਹੋ ਸਿੰਗਲ ਬੌਂਡ ਹੋ ਇਹ ਇੱਕ ਲਿਗੈਂਡ ਹੈ ਠੀਕ ਹੈ ਇਹ ਅਗਰ N ਤੋਂ ਡੋਨੇਟ ਕਰੇ ਤਾਂ ਅਲੱਗ ਚੀਜ਼ ਹੈ ਔਰ ਇਹ ਅਗਰ O ਤੋਂ ਡੋਨੇਟ ਕਰੇ ਤਾਂ ਅਲੱਗ ਚੀਜ਼ ਹੈ मतलब ਤੁਸੀਂ ਐਵੇਂ ਦੇ ਕੰਪਾਊਂਡ ਵੀ ਦੇਖੋਗੇ ਜਿਹ 'ਚ ਲਿਖਿਆ ਹੋਵੇਗਾ ਕੋਬਾਲਟ NO2 6 ਟਾਈਮਸ ਤੁਸੀਂ ਐਵੇਂ ਦੇ ਕੰਪਾਊਂਡ ਵੀ ਦੇਖੋਗੇ ਜਿਹ 'ਚ ਲਿਖਿਆ ਹੋਵੇਗਾ ਕੋਬਾਲਟ ONO6 ਹੁਣ ਹੈ ਤਾਂ ਇਹਦੇ ਵਿੱਚ ਵੀ ONO ਦੇਖੋ ONO ਔਰ NO2 ਗੱਲ ਤਾਂ ਇੱਕੋ ਹੈ ਠੀਕ ਹੈ ਨਾ ਪਰ ਇਹਦੇ ਅੰਦਰ ਡੋਨਰ ਕੌਣ ਹੈ ਨਾਈਟ੍ਰੋਜਨ ਇਹਦੇ ਅੰਦਰ ਡੋਨਰ ਕੌਣ ਹੈ ਆਕਸੀਜਨ ਹੈਗੇ ਯੂਨੀਡੈਂਟੇਟ ਹੀ ਨੇ ਇਹ ਨਹੀਂ ਵੀ ਬੌਂਡ ਇੱਕੋ ਤਿੰਨ ਬਣਾ ਲਿਆ ਜੀ N ਤੋਂ ਡੋਨੇਟ ਕਰਤਾ O ਤੋਂ ਡੋਨੇਟ ਕਰਤਾ ਦੋ ਬੌਂਡ ਬਣਾ ਲਈਆਂ ਬੌਂਡ ਇੱਕੋ ਬਣਾ ਰਿਹਾ ਪਰ ਉਹ N ਬਣਾ ਰਿਹਾ ਤਾਂ ਕੁਝ ਹੋਰ ਕੰਪਾਊਂਡ ਬਣੇਗਾ O ਬਣਾ ਰਿਹਾ ਕੁਝ ਹੋਰ ਕੰਪਾਊਂਡ ਬਣੇਗਾ ਠੀਕ ਹੈ ਨਾ ਇੱਕ ਹੋਰ ਐਗਜ਼ਾਮਪਲ ਹੁੰਦੀ ਹੈ ਜਿਵੇਂ ਇਹਦੀ SCN ਸਲਫਰ ਤੋਂ ਵੀ ਡੋਨੇਟ ਕਰ ਸਕਦਾ ਹੈ N ਤੋਂ ਵੀ ਡੋਨੇਟ ਕਰ ਸਕਦਾ ਹੈ ਦੋਨੋਂ ਇਕੱਠੇ ਨਹੀਂ ਡੋਨੇਟ ਕਰਦੇ ਜਾਂ ਸਲਫਰ ਕਰਦਾ ਜਾਂ N ਕਰਦਾ
ਤਾਂ ਇਹ 'ਚ ਵੀ ਕੰਪਾਊਂਡ ਬਦਲ ਜਾਏਗਾ। ਐਨੀ ਗੱਲ ਸਮਝ ਰਹੇ ਹੋ ਨਾ? ਠੀਕ ਹੈ, ਤਾਂ ਆਪਾਂ ਐਂਬੀਡੈਂਟੇਟ ਲਿਗੈਂਡ ਦੀ ਐਗਜ਼ਾਮਪਲ ਦਿੰਦੇ ਹਾਂ। ਐਂਬੀਡੈਂਟੇਟ ਔਰ ਡਾਈਡੈਂਟੇਟ ਅਲੱਗ-ਅਲੱਗ ਚੀਜ਼ਾਂ ਨੇ। ਡਾਈਡੈਂਟੇਟ ਇੱਕ ਟਾਈਮ ਤੇ 2 ਬੌਂਡ ਬਣਾ ਲੈਂਦਾ ਹੈ। ਐਂਬੀਡੈਂਟੇਟ ਬੌਂਡ ਇੱਕੋ ਬਣਾਏਗਾ, ਪਰ ਉਹ ਇੱਕੋ ਬੌਂਡ ਕਿਸੇ ਵੀ ਤਰ੍ਹਾਂ ਨਾਲ ਬਣ ਸਕਦੀ ਹੈ। ਠੀਕ ਹੈ, 2 ਅਲੱਗ-ਅਲੱਗ ਤਰ੍ਹਾਂ ਨਾਲ ਬਣ ਸਕਦੀ ਹੈ। ਤਾਂ ਐਂਬੀਡੈਂਟੇਟ ਦੇ ਅੰਦਰ ਲਿਖੋ ligand which has 2 different donor atoms comma the compound formed एक मिनट the compound form ना लिखो, sorry ਇਹ ਨਾ ਕੱਟ दो। ligand which has 2 different donor atoms and can form 2 different type of complexes and can form 2 different types of complexes are known as ambidentate ligands are known as ambidentate ligands। ਇਹਦੀ एग्जाम्पल है आई CN। ठीक है, ਹੁਣ CN पहली एग्जाम्पल लिख लेने। CN अगर C तो जुड़ेगा तो साइनाइड, N तो जुड़ेगा तो आइसोसाइनाइड। सही है ना? ठीक है, दूजे नंबर पे लिखो SCN। मेरी एग्जाम्पल लिख लेना। मान लो मैटल ਨੂੰ S ਨੇ ਡੋਨੇਟ ਕਰ ਸਕਦਾ, ਐਵੇਂ ਡੋਨਰ ਟੂ ਅਸੈਪਟਰ ਐਵੇਂ ਲਾਈਨ ਲਿਖਦੇ ਹੁੰਦੇ ਆ ਨਾ ਆਪਾਂ, ਇਹਨੇ ਡੋਨੇਟ ਕਰੀ ਇਹਨੇ ਅਸੈਪਟ ਕਰੀ, ਜਾਂ ਫਿਰ ਮੈਟਲ ਨੂੰ ਡੋਨੇਟ ਕਰ ਸਕਦਾ M। ਠੀਕ ਹੈ ਜੀ, ਇਹਦਾ ਨਾਮ ਹੁੰਦਾ ਜਦੋਂ S ਤੋਂ ਡੋਨੇਟ ਕਰਦਾ, ਇਹਨੂੰ ਬੋਲਦੇ ਨੇ ਥਾਇਓ ਸਾਇਆਨੇਟ S, ਇਹਨੂੰ ਬੋਲਦੇ ਨੇ ਥਾਇਓ ਸਾਇਆਨੇਟ N। ਠੀਕ ਹੈ ਜੀ, ਤੀਜੇ ਨੰਬਰ ਤੇ ਨਾਈਟ NO2। ਇਹਦੇ ਵਿੱਚ ਦੇਖੋ ਮੈਟਲ ਨੂੰ ਡੋਨੇਟ ਕਰਿਆ N ਨੇ ਔਰ ਮੈਟਲ ਨੂੰ ਡੋਨੇਟ ਕਰਿਆ O ਨੇ। ਸਹੀ ਹੈ ਨਾ? ਇਹ ਜਦੋਂ N ਡੋਨੇਟ ਕਰਦਾ ਤਾਂ ਇਹਦਾ ਨਾਮ ਹੁੰਦਾ ਹੈ ਨਾਈਟ੍ਰੀਟੋ N, ਇਹਦਾ ਨਾਮ ਹੁੰਦਾ ਹੈ O ਤੋਂ ਡੋਨੇਟ ਕਰਦਾ ਤਾਂ ਇਹਦਾ ਨਾਮ ਹੁੰਦਾ ਹੈ ਨਾਈਟ੍ਰੀਟੋ O। ਮਤਲਬ ਆਪਾਂ ਨਾਮ ਤੋਂ ਹੀ ਦੱਸ ਦਿੰਦੇ ਆ ਵੀ ਕਿਹਨੇ ਇਲੈਕਟ੍ਰੋਨ ਡੋਨੇਟ ਕਰੇ ਨੇ, ਤਾਂ ਨਾਈਟ੍ਰੀਟੋ N ਐਂਡ ਨਾਈਟ੍ਰੀਟੋ O। ਦੇਖੋ ਬੌਂਡ ਤਾਂ ਇੱਕੋ ਬਣਾ ਰਹੇ ਪਰ ਡੋਨੇਟ ਕਰਨ ਵਾਲਾ ਬਦਲ ਗਿਆ। ਨੋਟ ਕਰ ਲਿਆ? ਠੀਕ ਹੈ ਜੀ, ਚਲੋ ਆਪਾਂ ਨੈਕਸਟ ਕਰਦੇ ਹਾਂ। ਹੁਣ ਲਿਗੈਂਡ ਦੇ ਬਾਰੇ ਇੰਨੀ ਹੀ ਇਨਫੋਰਮੇਸ਼ਨ ਹੈ, ਇਹ ਚੰਗੀ ਤਰ੍ਹਾਂ ਨਾਲ ਪੜ੍ਹਨੀ ਆ ਆਪਾਂ ਨੇ। ਹੁਣ 4th ਡੈਫੀਨੇਸ਼ਨ ਲਿਗੈਂਡ ਤੋਂ ਬਾਅਦ 4th ਡੈਫੀਨੇਸ਼ਨ ਜਾਂ 4th ਟਰਮ ਕੋਆਰਡੀਨੇਸ਼ਨ ਨੰਬਰ। ਕੋਆਰਡੀਨੇਸ਼ਨ ਨੰਬਰ, ਕੋਆਰਡੀਨੇਸ਼ਨ ਨੰਬਰ ਦਾ ਮਤਲਬ ਸਿੰਪਲ ਜੀ ਭਾਸ਼ਾ 'ਚ ਅਗਰ ਮੈਂ ਦੱਸਾਂ ਤਾਂ ਸੈਂਟਰਲ ਐਟਮ ਨੇ ਟੋਟਲ ਕਿੰਨੀਆਂ ਕੋਆਰਡੀਨੇਸ਼ਨ ਬੌਂਡ ਬਣਾਈਆਂ ਨੇ। ਠੀਕ ਹੈ ਨਾ, ਉਹਦਾ ਕੋਆਰਡੀਨੇਸ਼ਨ ਨੰਬਰ ਹੈ। ਸੈਂਟਰਲ ਐਟਮ ਨੇ ਟੋਟਲ ਕਿੰਨੀਆਂ ਕੋਆਰਡੀਨੇਸ਼ਨ ਬੌਂਡ ਬਣਾਈਆਂ ਨੇ। ਠੀਕ ਹੈ, ਤਾਂ ਇਹਦੇ ਬਾਰੇ ਲਿਖਿਓ the number of ligand donor atoms, the number of ligand donor atoms to which central atom is directly bonded, the number of ligand donor atoms to which central atom is directly bonded
is known as coordination number। ਤੁਹਾਡੇ ਸਕੂਲ 'ਚ ਇਸ ਤੇ ਕੁਐਸਚਨ ਬਹੁਤ ਆਉਂਦੇ ਨੇ। 1 ਨੰਬਰ ਦਾ ਕੁਐਸਚਨ ਬਣ ਜਾਂਦਾ ਹੈ ਵੀ ਕੋਈ ਕੰਪਾਊਂਡ ਲਿਖ ਦੇਣਗੇ, ਇਹਦੇ ਅੰਦਰ ਕੋਆਰਡੀਨੇਸ਼ਨ ਨੰਬਰ ਦੱਸੋ ਕਿੰਨਾ ਹੈ। ਠੀਕ ਹੈ ਜੀ। ਮੇਰੀ ਐਗਜ਼ਾਮਪਲਸ ਲਿਖਦਾ। ਮੰਨ ਲਓ ਮੇਰੇ ਕੋਲ ਹੈ PtCl63 ਨੈਗੇਟਿਵ। ਦੇਖੋ Cl ਇੱਕੋ ਵਾਰੀ ਜੁੜਦਾ ਹੁੰਦਾ ਹੈ, ਠੀਕ ਹੈ। ਐਵੇਂ Cl ਇੱਕੋ ਵਾਰੀ ਜੁੜਦਾ, 6 ਵਾਰੀ ਜੁੜ ਗਿਆ ਤਾਂ ਸੈਂਟਰ ਨੇ ਟੋਟਲ 6 ਬੌਂਡ ਬਣਾਈ ਹੈ ਤਾਂ ਇਹਦਾ ਕੋਆਰਡੀਨੇਸ਼ਨ ਨੰਬਰ ਹੋਵੇਗਾ 6। ਠੀਕ ਹੈ ਨਾ। ਇੰਨਾ ਸੌਖਾ ਨਹੀਂ ਹੈ ਤੇ ਇਹਦੇ ਅੰਦਰ ਕੰਪਲੀਕੇਟਡ ਚੀਜ਼ਾਂ ਵੀ ਨੇ। ਮੈਂ ਪਹਿਲਾਂ ਇੱਕ ਸਿੰਪਲ ਜਿਹਾ ਹੋਰ ਕਰਵਾ ਦਿੰਦਾ। NiNH3 4 2 ਪੋਜ਼ੀਟਿਵ। ਦੇਖੋ ਅਮੋਨੀਆ ਇੱਕ ਟਾਈਮ ਤੇ ਇੱਕੋ ਵਾਰੀ ਜੁੜਦਾ ਹੈ, ਬਿਲਕੁਲ ਠੀਕ ਹੈ। 4 ਜੁੜੇ ਹੋਏ ਨੇ ਤਾਂ ਕੋਆਰਡੀਨੇਸ਼ਨ ਨੰਬਰ ਆ ਗਿਆ 4। ਸਹੀ ਹੈ ਜੀ। ਅੱਛਾ ਅਗਰ ਮੈਂ ਇਹਦੀ ਗੱਲ ਕਰਾਂ ਕੋਬਾਲਟ En3 3 ਪੋਜ਼ੀਟਿਵ, ਹੁਣ ਇਹਦਾ ਕੋਆਰਡੀਨੇਸ਼ਨ ਨੰਬਰ ਕਿੰਨਾ ਹੈ। ਬੱਚੇ ਕਹਿੰਦੇ ਨੇ ਜੀ ਦੇਖੋ 3 ਵਾਰ ਜੁੜਿਆ ਹੋਇਆ 3। ਨਹੀਂ ਜੀ, En ਮੈਂ ਕਰਵਾਇਆ ਸੀਗਾ ਨਾ, En ਡਾਈਡੈਂਟੇਟ ਲਿਗੈਂਡ ਹੈ। En ਇੱਕ ਟਾਈਮ ਤੇ 2 ਬੌਂਡ ਬਣਾਉਂਦਾ ਹੈ ਤਾਂ ਤਿੰਨਾਂ ਨੇ 2-2 ਬੌਂਡ ਬਣਾਈਆਂ ਹੋਈਆਂ ਨੇ ਤਾਂ ਟੋਟਲ ਬੌਂਡਸ ਕਿੰਨੀਆਂ ਹੋ ਗਿਆ 6। ਤਾਂ ਇਹਦਾ ਕੋਆਰਡੀਨੇਸ਼ਨ ਨੰਬਰ 6 ਹੈ। ਗੱਲ ਸਮਝ ਆਈ ਕਿ ਨਹੀਂ ਆਈ? ਠੀਕ ਹੈ, ਨੋਟ ਕਰ ਲਓ ਫਟਾਫਟ। ਹਾਂਜੀ ਹਾਂਜੀ ਠੀਕ ਹੈ ਜੀ। ਹੋਰ ਐਗਜ਼ਾਮਪਲ ਦੇਖੋ। ਮੰਨ ਲਓ ਐਗਜ਼ਾਮਪਲ ਦੇ ਰਿਹਾ FeC2O4 ਇਹ ਲਗਾ ਲਓ ਤੁਸੀਂ 3 ਨੈਗੇਟਿਵ। ਠੀਕ ਹੈ। ਹੁਣ C2O4 ਵੀ ਡਾਈਡੈਂਟੇਟ ਲਿਗੈਂਡ ਹੈ। ਅੱਛਾ FeCO2O4 ਥਰਾਈਸ ਕਹਿ ਲਓ, ਇਹ ਵੀ ਡਾਈਡੈਂਟੇਟ ਲਿਗੈਂਡ ਹੈ ਤਾਂ ਇਹ ਵੀ 2 ਵਾਰ ਜੁੜਿਆ ਹੋਇਆ ਤਾਂ ਇਹ ਜੇ 3 ਨੇ ਤਾਂ ਟੋਟਲ 6 ਵਾਰ ਤੇ ਇਹਦਾ ਕੋਆਰਡੀਨੇਸ਼ਨ ਨੰਬਰ ਆ ਜਾਏਗਾ 6। ਨੋਟ ਕਰੋ ਫਟਾਫਟ। लिखा है कोऑर्डिनेशन नंबर हो गया जी। चलो 5th डेफिनेशन 5th टर्म होमोलेप्टिक एंड हेट्रोलेप्टिक कॉम्प्लेक्स। होमोलेप्टिक एंड हेट्रोलेप्टिक कॉम्प्लेक्स। देखो ਹੁਣੇ ਆਪਾਂ ਨੇ ਕਿੰਨੀਆਂ ਐਗਜ਼ਾਮਪਲਾਂ ਪੜ੍ਹੀਆਂ ਜਿਹ 'ਚ ਇੱਕੋ ਤਰ੍ਹਾਂ ਦਾ ਲਿਗੈਂਡ ਜੁੜਿਆ ਹੋਇਆ ਸੀਗਾ ਤੇ ਇੱਕ ਐਗਜ਼ਾਮਪਲ ਸੀਗੀ ਜਿਹ 'ਚ ਜਿਵੇਂ ਹਰਗੋਬਿੰਦ ਪੁੱਛ ਰਿਹਾ ਸੀਗਾ ਵੀ ਸਰ Cl ਵੀ ਜੁੜਿਆ ਹੋਇਆ, ਅਮੋਨੀਆ ਵੀ ਜੁੜਿਆ ਹੋਇਆ। ਤਾਂ ਜਿਹੜੇ ਕੰਪਲੈਕਸ ਦੇ ਅੰਦਰ ਸਾਰੇ ਲਿਗੈਂਡ ਸੇਮ ਤਰ੍ਹਾਂ ਦੇ ਨੇ ਉਹ ਹੋਮੋਲੈਪਟਿਕ ਹੋ ਗਿਆ। ਜਿਹੜੇ ਕੰਪਲੈਕਸ ਦੇ ਅੰਦਰ ਕੋਈ ਇੱਕ ਵੀ ਲਿਗੈਂਡ ਅਲੱਗ ਤਰ੍ਹਾਂ ਦਾ ਹੈ ਜਾਂ 2 ਲਿਗੈਂਡ ਅਲੱਗ ਤਰ੍ਹਾਂ ਦੇ ਨੇ ਉਹ ਹੈਟਰੋਲੈਪਟਿਕ ਹੋ ਗਿਆ। ਠੀਕ ਹੈ ਨਾ। ਤਾਂ ਹੋਮੋਲੈਪਟਿਕ ਇਹ ਗੱਲ ਸਮਝ ਆ ਰਹੀ ਹੈ ਨਾ। ਤਾਂ ਇਹਦੀ ਡੈਫੀਨੇਸ਼ਨ ਲਿਖੋ। complexes in which metal is bound to only one kind of donor atom. Metal is bound to only one kind of donor atom are known as homoleptic complexes. ठीक है ना। जिमें यदि कोई भी एग्जाम्पल लिख लो। एग्जाम्पल है FeCN6 3 ਨੈਗੇਟਿਵ। ਹੁਣ ਦੇਖੋ ਇਹ 'ਚ 6 ਲਿਗੈਂਡ ਨੇ, 6 ਦੇ 6 ਸਾਈਨਾਈਡ ਨੇ, ਸਾਰੇ ਲਿਗੈਂਡ ਬਿਲਕੁਲ ਸੇਮ ਨੇ ਤਾਂ ਇਹ ਹੋਮੋਲੈਪਟਿਕ ਕੰਪਲੈਕਸ ਹੋ ਗਿਆ। ਪੁਆਇੰਟ ਸਮਝ ਆ ਰਹੇ? ਦੂਜੀ ਐਵੇਂ ਹੈਟਰੋਲੈਪਟਿਕ ਦੀ ਲਿਖ ਲੈਂਦੇ ਆ। complexes in which metal is bound
to more than one kind of donor group। कहना ਜਿਹਦੇ ਅੰਦਰ ਮੈਟਲ ਇੱਕ ਤੋਂ ਜ਼ਿਆਦਾ ਤਰ੍ਹਾਂ ਦੇ ਡੋਨਰ ਗਰੁੱਪ ਦੇ ਨਾਲ ਜੁੜਿਆ ਹੋਇਆ ਹੈ ਉਹਨੂੰ ਹੈਟਰੋਲੈਪਟਿਕ ਕੰਪਲੈਕਸ ਬੋਲਦੇ ਨੇ। ਪੁਆਇੰਟ ਸਮਝਾਇਆ? ਜਿਹਦੇ ਅੰਦਰ ਮੈਟਲ ਇੱਕੋ ਤਰ੍ਹਾਂ ਦੇ ਕੰਪਲੈਕਸ ਨਾਲ ਜੁੜਿਆ ਹੋਇਆ ਹੈ, ਇੱਕੋ ਤਰ੍ਹਾਂ ਦੇ ਲਿਗੈਂਡ ਨਾਲ ਜੁੜਿਆ ਹੋਇਆ ਉਹਨੂੰ ਹੋਮੋਲੈਪਟਿਕ, ਜਿਸ 'ਚ ਇੱਕ ਤੋਂ ਜ਼ਿਆਦਾ ਜੁੜਿਆ ਹੋਇਆ ਉਹਨੂੰ ਹੈਟਰੋਲੈਪਟਿਕ। ਪੁਆਇੰਟ ਸਮਝ ਆ ਰਿਹਾ ਜੀ? ਇਹਦੀ ਐਗਜ਼ਾਮਪਲ ਲਿਖ ਲਓ। ਹੁਣ ਇਹ ਜ਼ਿਆਦਾ ਅਸਰ ਕਿੰਨੇ ਕੁ ਜ਼ਿਆਦਾ ਕੁਝ ਵੀ ਹੋ ਸਕਦਾ ਹੈ। ਹੋ ਸਕਦਾ ਹੈ 6 ਲਿਗੈਂਡ ਹੋਣ, 6 ਦੇ 6 ਅਲੱਗ-ਅਲੱਗ ਹੋਣ। ਹੋ ਸਕਦਾ ਹੈ 5 ਲਿਗੈਂਡ ਇੱਕ ਤਰ੍ਹਾਂ ਦੇ ਹੋਣ, ਇੱਕ ਲਿਗੈਂਡ ਅਲੱਗ ਤਰ੍ਹਾਂ ਦਾ ਹੋਵੇ। ਤਾਂ ਪੋਸੀਬਿਲਿਟੀ ਕੁਝ ਵੀ ਹੈ, ਬਸ ਕੋਈ ਵੀ 2 ਅਲੱਗ-ਅਲੱਗ ਤਰ੍ਹਾਂ ਦੇ ਲਿਗੈਂਡ ਆ ਜਾਣ। ਇਹਦੀ ਐਗਜ਼ਾਮਪਲ ਲਿਖੋ, ਜਿਵੇਂ ਕੋਬਾਲਟ NH3 4 Cl2 ਪੋਜ਼ਿਟਿਵ। नोट कर लिया जी? ठीक है। सिक्स्थ डेफिनेशन या सिक्स्थ टर्म, ऑक्सीडेशन नंबर। ऑक्सीडेशन नंबर ऑफ सेंट्रल एटम। बिल्कुल जी, जिवें आपां रिडॉक्स च करदे हुंदे सीगे ऑक्सीडेशन नंबर लभण दा तरीका सेम फंडा है। ਤੁਹਾਨੂੰ बस याद होना चाहिए किहदे ते किहड़ा चार्ज है किहड़ा नहीं। ठीक है। ऑक्सीडेशन नंबर बिल्कुल सेम चीज़ है। ये आपां नूं कड्ढना बहुत जरूरी आना चाहिए, क्योंकि जो आपां कोआर्डीनेशन कंपाउंड का जिवें कल की क्लास असीं इहदा नाम लिखना सीखांगे, नॉमनक्लेचर पढ़ांगे, तो नॉमनक्लेचर के अंदर ऑक्सीडेशन नंबर लिखना जरूरी हुंदा है। ये रूल है। तो आपां नूं ऑक्सीडेशन नंबर कड्ढना आना चाहिए। मैं एग्जाम्पल सीधा इहदी डेफिनेशन लिखाण का मतलब नहीं है, मैं सीधी डेफिनेशन लिखदा। तुहाडे स्कूल च सेम ਉਹੀ ਜਿਵੇਂ ਮੈਂ ਦੱਸ ਰਿਹਾ ਸੀ 1 ਨੰਬਰ ਦਾ ਆ ਜਾਂਦਾ ਹੁੰਦਾ ਜਾਂ 2 ਨੰਬਰ ਦਾ, ਵੀ ਆਕਸੀਡੇਸ਼ਨ ਨੰਬਰ ਲਿਖੋ, ਕੋਆਰਡੀਨੇਸ਼ਨ ਨੰਬਰ ਦੱਸੋ, ਐਵੇਂ ਦੇ ਕੁਐਸਚਨ ਆਉਂਦੇ ਨੇ। ਠੀਕ ਹੈ ਨਾ। ਹੁਣ ਜਿਵੇਂ CuCN4 ਨੈਗੇਟਿਵ, ਆਕਸੀਡੇਸ਼ਨ ਨੰਬਰ ਹਮੇਸ਼ਾ ਪਹਿਲੀ ਗੱਲ ਤਾਂ ਸੈਂਟਰਲ ਐਟਮ ਦਾ ਪੁੱਛੇਗਾ। ਸੈਂਟਰਲ ਐਟਮ ਕੌਣ ਹੈ? ਇਹ 'ਚ ਕਾਪਰ। ਇਹਦਾ ਆਕਸੀਡੇਸ਼ਨ ਨੰਬਰ ਮੰਨਣਾ ਹੈ। ਜਿਹੜਾ ਪੁਰਾਣਾ ਤਰੀਕਾ ਹੁੰਦਾ ਸੀ ਇਹਨੂੰ X ਮੰਨ ਲਓ। ਠੀਕ ਹੈ। ਤਾਂ ਇਹਨੂੰ ਮੰਨ ਲਿਆ ਜੀ X। CN, ਹੁਣ CN ਦੇ ਉੱਤੇ ਜਿਹੜਾ ਚਾਰਜ ਹੈ ਨਾ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਕੋਈ ਦੱਸੇਗਾ ਨਹੀਂ, ਕਿਤੇ ਮੈਂਸ਼ਨਡ ਨਹੀਂ ਹੋਏਗਾ। ਸਾਇਨਾਈਡ ਦੇ ਉੱਤੇ -1 ਚਾਰਜ ਹੁੰਦਾ ਹੈ। ਮੈਂ ਤੁਹਾਨੂੰ ਇੱਕ ਲਿਗੈਂਡ ਦੀ ਪੂਰੀ ਲਿਸਟ ਲਿਖਾਊਂਗਾ, ਉਦੋਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿਹੜਾ ਕਿਹੜਾ ਕਿਹਦਾ ਚਾਰਜ ਹੈ, ਉਹਨੂੰ ਯਾਦ ਕਰ ਲੈਣਾ। ਵੈਸੇ ਸਾਰੇ ਲਿਗੈਂਡ ਇਹ ਸਾਰੇ ਤੁਸੀਂ ਕਦੇ ਨਾ ਕਦੇ ਜ਼ਰੂਰ ਸੁਣੇ ਹੀ ਹੋਏ ਨੇ ਪਹਿਲਾਂ ਹੀ। ਤਾਂ ਸਾਇਨਾਈਡ ਦੇ ਉੱਤੇ -1 ਹੁੰਦਾ ਹੈ, ਤਾਂ 4 ਸਾਇਨਾਈਡ ਦੇ ਉੱਤੇ ਆ ਜਾਏਗਾ -4। ਦੇਖੋ ਸਾਰਿਆਂ ਦਾ ਚਾਰਜ ਕਾਊਂਟ ਕਰ ਲਿਆ, ਇਕੁਅਲ ਟੂ ਜਿੰਨਾ ਸਾਰੇ ਦਾ ਟੋਟਲ ਚਾਰਜ ਹੈ। ਟੋਟਲ ਚਾਰਜ ਕਿੰਨਾ ਹੈ? -3। ਤਾਂ -4 उधर चला गया, तो x आ गया +4 -3, यानी कि x आ गया +1। ये आ गया कॉपर के उत्ते चार्ज। एवें लिख नहीं देना, बस ये कॉपर की ऑक्सीडेशन स्टेट है। इन्नी गल समझ आ रही है ना? ठीक है। मैं आही उपर वाली एग्जाम्पल ही चकदा। आ देखो, आ वाली एग्जाम्पल जी सी हुणी करी आपां ने, कोबाल्ट NH3 4 Cl2 पॉजिटिव चार्ज। कोबाल्ट की ऑक्सीडेशन स्टेट दसनी है, मैनू नहीं पता कितनी है, मैं अपने वालों X मान लैना। अमोनीया, अमोनीया के उत्ते कोई चार्ज नहीं होंदा। अमोनीया हमेशा पढ़ते हैं 0 है। नाइट्रोजन प्लस हाइड्रोजन गिव अमोनीया, अमोनीया के उत्ते कोई चार्ज नहीं होंदा, तो 0 है। चलो जी 0 आ गया। Cl के उत्ते कितना चार्ज होंदा जी? -1। फ्लोराइड, क्लोराइड, ब्रोमाइड, आयोडाइड, सारा जिहड़ा ग्रुप नंबर 17 है ना, इन्हां ते -1 चार्ज है। तो 2 क्लोराइड ते आ गया -2, होर कुछ नहीं है। इक्वल टू सारे का चार्ज है प्लस, यानी कि +1 1 माइनस उधर आगे प्लस हो गया, तो x आ गया +3। सेंट्रल एटम की ऑक्सीडेशन स्टेट हमेशा प्लस च आएगी, ऊपर माइनस हो प्लस हो 0 हो कुछ भी हो, 0 भी आ सकती है। ठीक है। ऑक्सीडेशन स्टेट देखो प्लस च आएगी हमेशा। मैं एक और एग्जाम्पल करवा देना, निकल कार्बोनाइल 4, ऊपर कोई चार्ज नहीं है। हुण इधर निकल का मैनू नहीं पता, x मान लेने। कार्बोनाइल C कैपिटल O कैपिटल, ये ना 0, यदि ऑक्सीडेशन स्टेट ये भी न्यूट्रल होंदा है, 0 होंदा है।
ਤਾਂ ਪਲੱਸ 0 ਆ ਗਿਆ ਬਰਾਬਰ ਸਾਰੇ ਦੇ ਉੱਤੇ ਕੋਈ ਚਾਰਜ ਨਹੀਂ ਹੈ ਯਾਨੀ ਕਿ 0 ਤਾਂ ਇਹਦੀ ਆਕਸੀਡੇਸ਼ਨ ਸਟੇਟ 0 ਆ ਗਈ 0 ਵੀ ਆ ਸਕਦੀ ਹੈ ਕੋਈ ਦਿੱਕਤ ਨਹੀਂ ਹੁੰਦੀ ਅੰਦਰ ਠੀਕ ਹੈ ਜੀ ਚਲੋ ਇੱਕ ਹੋਰ ਕਰੀਏ एक और कर दिया चलो FeCN6 3 माइनस लभ्यो किन्नी आ रही है जी +3 शाबाश बहुत वधिया गोबिंद पता लग गया ना सारे +3 आ रही है ठीक है ਤਾਂ ਇਸ ਤਰ੍ਹਾਂ ਨਾਲ ਆਕਸੀਡੇਸ਼ਨ ਸਟੇਟ ਲੱਭਣੀ ਹੁੰਦੀ ਹੈ ਕੋਈ ਵੀ ਕੰਪਲੈਕਸ ਵੀ ਆ ਸਕਦਾ ਹੈ ਈਜ਼ੀ ਵੀ ਆ ਸਕਦਾ ਹੈ ਜਿੰਨਾ ਹੀ ਪਤਾ ਆਇਰਨ ਆ ਗਿਆ x ਸਾਇਨਾਈਡ -1 ਹੁੰਦਾ ਹੈ -6 = -3 ਤਾਂ x is +3 ਬਿਲਕੁਲ ਠੀਕ ਹੈ ਸ਼ਾਬਾਸ਼ ਹੋ ਜਾਏਗਾ ਨਾ ਐਵੇਂ ਦਾ ਅੱਛਾ ਚਲੋ ਇੱਕ ਹੋਰ ਕਰਦੇ ਹਾਂ K4 ਬ੍ਰੈਕਟ FeCN6 ਇਹਦੀ ਲੱਭਿਓ ਮਤਲਬ ਥੋੜਾ ਜਿਹਾ ਟੇਡਾ ਪਤਾ ਹਲੇ ਇਹਦੇ ਬਾਰੇ ਪੜਿਆ ਨਹੀਂ ਫਿਰ ਵੀ ਕਰੋ K4 ਬ੍ਰੈਕਟ FeCN6 ਬ੍ਰੈਕਟ ਕਲੋਜ਼ ਆਇਰਨ ਦੀ K ਦੀ ਕਿੰਨੀ ਹੁੰਦੀ ਹੈ ਯਾਦ ਹੈ ਕਿਸੇ ਨੂੰ ਸ਼ਾਬਾਸ਼ K ਗਰੁੱਪ 1 ਐਲੀਮੈਂਟ ਹੈ ਨਾ ਤਾਂ 1 ਹੋਏਗੀ ਬਿਲਕੁਲ ਠੀਕ ਹੈ ਸ਼ਾਬਾਸ਼ नहीं चेक करो हरमन जी देखो कितना आंसर आ रहा है अच्छा मैसेज क्या 4 नहीं सोचना नहीं क्या हो गया सोचो ना आयरन ਤੇ 6 ਆ ਸਕਦਾ ਹੈ ਆਇਰਨ ਦੀ ਕਿੰਨੀ ਆਕਸੀਡੇਸ਼ਨ ਸਟੇਟ ਹੁੰਦੀ ਹੈ 1 ਅਗਮ ਜੀ ਚੈੱਕ ਕਰਦੇ ਆ ਦੇਖੋ ਆ ਦੇਖੋ ਜੀ K4 ਪੋਟਾਸ਼ੀਅਮ ਤੇ +1 ਹੁੰਦਾ ਤਾਂ 4 ਦੇ ਉੱਤੇ ਆ ਗਿਆ +4 2 ਆ ਗਿਆ ਠੀਕ ਹੈ ਜੀ ਆਇਰਨ ਦਾ ਨਹੀਂ ਪਤਾ x ਮੰਨ ਲਈਏ ਸਾਇਨਾਈਡ ਦਾ -1 ਹੁੰਦਾ 6 ਦਾ ਆ ਗਿਆ -6 ਇਕੁਅਲਸ ਸਾਰਾ ਕੁਝ ਜੋੜ ਲਿਆ ਸਾਰੇ ਦਾ ਚਾਰਜ ਕਿੰਨਾ ਹੈ 0 x -2 0 x आ गया +2 पॉइंट समझ आया ना ठीक है वैसे ही सोच लो ना आयरन +2 या +3 ਹੁੰਦਾ ਇਹ ਤੋਂ ਇਲਾਵਾ ਤਾਂ ਕੁਝ ਹੁੰਦਾ ਨਹੀਂਗਾ ਉੱਪਰ +3 ਵਾਲੀ ਐਗਜ਼ਾਮਪਲ ਪਈ ਹੈ ਥੱਲੇ +2 ਵਾਲੀ ਪਈ ਹੈ ਪੁਆਇੰਟ ਸਮਝ ਆ ਰਿਹਾ ਸਾਰਿਆਂ ਨੂੰ ਤਾਂ ਇਹ ਬਿਲਕੁਲ ਈਜ਼ੀ ਵੇ ਆਊਟ ਦੇ ਨਾਲ ਇਸ ਤਰ੍ਹਾਂ ਨਾਲ ਆਪਾਂ ਨੇ ਇਹਨੂੰ ਸੋਲਵ ਕਰਨਾ ਹੈ ਹੋ ਜਾਏਗਾ ਇਹਨਾਂ ਪਾਰਟ ਠੀਕ ਹੈ ਤਾਂ ਇੱਕ ਵਾਰੀ ਆਪਾਂ ਕੱਲ ਇੰਨੀਆਂ ਕੁ ਡੈਫੀਨੇਸ਼ਨਸ ਅੱਛੀ ਤਰ੍ਹਾਂ ਨਾਲ ਇੱਕ ਵਾਰੀ ਰਿਵਾਈਜ਼ ਕਰ ਲਿਓ ਕੱਲ ਆਪਾਂ ਇਹਦਾ ਪੜਾਂਗੇ ਨੋਮਨਕਲੇਚਰ ਬਹੁਤ ਬਹੁਤ ਇੰਪੋਰਟੈਂਟ ਹੈ ਤੁਹਾਡੇ ਸਕੂਲ ਵਾਸਤੇ ਵੀ ਆਬਜੈਕਟਿਵ ਵਾਸਤੇ ਵੀ ਤੁਹਾਡੇ ਸਕੂਲ 'ਚ ਸਿੱਧਾ ਕੁਐਸਚਨ ਆਏਗਾ ਵੀ ਨੋਮਨਕਲੇਚਰ ਦੱਸੋ ਨਾਮ ਦੱਸੋ ਬਾਕੀ ਆਪਾਂ ਕੱਲ ਕਰ ਲਿਆ ਥੈਂਕ ਯੂ